देखो मैनू तो मैं एवं कहां सानू तो जो चैनल्स दस रहे सी, जो हर चैनल दस रहे सी, वो बड़ा महागठबंधन नूं बहुत वधिया लीड दे रहे सी, चंगी दे रहे सी। पर हुण जो तुसीं कह रहे हो बराबर की फाइट आ जां जिहड़ा बीजेपी ते वो अगे आ, इस करके किते ना किते तां लग रहा सी भी एक बहुत वड्डी आस सी कांग्रेस ते लालू जी की पार्टी है जिहड़ी आरजेडी। पर जे कमी हुई है ये क्यों हुई है कि बड़ा शक दा, क्योंकि ਜਿਹੜੀਆਂ रैलियां सी, ਜਿਹੜੇ ਕੱਟ ਸੀ ਲੋਕਾਂ ਦੇ, ਉਹ ਤਾਂ ਝੂਠ ਨਹੀਂ ਕਦੇ ਬੋਲਦੇ। ਜੋ ਜੋਸ਼ ਸੀ, ਜੋ ਇੱਕ ਪ੍ਰਾਈਮ ਮਿਨਿਸਟਰ ਜਦੋਂ ਗਿਆ ਤਾਂ ਉੱਥੇ 3 ਰੈਲੀਆਂ ਜਿਹੜੀਆਂ ਪ੍ਰਾਈਮ ਮਿਨਿਸਟਰ ਦੀਆਂ ਫੇਲ ਹੋ ਗਈਆਂ। ਤੇ ਇਹ ਰਿਜ਼ਲਟ ਜਿਹੜਾ ਆ ਰਿਹਾ ਇਹਦੇ ਵਿੱਚ ਮੈਨੂੰ ਤਾਂ ਥੋੜਾ ਜਿਹਾ ਕਿਤੇ ਨਾ ਕਿਤੇ ਜੋ ਰਿਜ਼ਲਟ ਆਉਣਾ ਚਾਹੀਦਾ ਸੀ ਉਹ ਸਾਡੇ ਲਈ ਇਹ ਰਿਜ਼ਲਟ ਨਹੀਂ ਗਾ। ਐਗਜ਼ਿਟ ਪੋਲ ਦੇ ਵਿੱਚ ਵੀ ਦਿਖਾਇਆ ਸੀ ਆਰਜੇਡੀ ਜਿਹੜੀ ਮੈਂ ਕਿਹਾ ਜੀ ਜਿਹੜੇ ਚੈਨਲ ਪੂਰੇ ਪੱਕੇ ਬੀਜੇਪੀ ਦੇ ਚੈਨਲ ਜਿਹੜੇ ਕਹੇ ਜਾਂਦੇ ਆ, ਜਿਹੜਾ ਅੰਬਾਨੀ ਚੈਨਲ ਚਲਾਉਂਦਾ ਏ, ਰਿਲਾਇੰਸ ਚਲਾਉਂਦਾ ਏ, ਉਹ ਚੈਨਲਾਂ ਤੇ ਜਿਹੜਾ ਹੈ ਉਹ ਮਹਾਗਠਬੰਧਨ ਬਹੁਤ ਵੱਡੀ ਲੀਡ ਤੇ ਸੀ। ਤੇ ਇਹ ਜਿਹੜੇ ਹੁਣ ਰਿਜ਼ਲਟ ਆ ਰਹੇ ਨੇ ਉਹ ਕਿਤੇ ਨਾ ਕਿਤੇ ਹੋਰ ਨੇ। ਲੱਗਦਾ ਕਿ ਪੰਜਾਬ ਦੀ ਰਾਜਨੀਤੀ ਤੇ ਫਰਕ ਪਊਗਾ ਬਿਹਾਰ ਦੇ ਇਲੈਕਸ਼ਨ ਨਾਲ ਰਿਜ਼ਲਟ? ਨਹੀਂ ਉਹ ਤਾਂ ਉੱਥੇ ਤਾਂ ਕਿਉਂਕਿ ਕਾਂਗਰਸ ਤਾਂ ਇੱਥੇ ਉੱਥੇ ਤਾਂ ਇੱਕ ਛੋਟਾ ਪਾਰਟਨਰ ਆ ਕਾਂਗਰਸ ਤਾਂ, ਉਹ ਤਾਂ ਉਨੀਆਂ ਕੁ ਜਿਹੜੀਆਂ ਸੀਟਾਂ 20 25 30 ਸੀਟਾਂ ਉਨੀਆਂ ਕੁ ਪਹਿਲਾਂ ਮੈਨੂੰ ਲੱਗਦਾ 27 ਸੀ, ਹੁਣ ਵੀ ਇਹ 25 ਤੇ ਜਿੱਤ ਰਹੇ ਆ ਜਾਂ ਹੋਰ ਅੱਗੇ ਰਿਜ਼ਲਟ ਜਿਹੜਾ ਆ ਹੀ ਗਿਆ ਹੁਣ ਮੈਨੂੰ ਨਹੀਂ ਪਤਾ। ਪਰ ਕਾਂਗਰਸ ਦੀ ਰਾਜਨੀਤੀ ਤੇ ਪਵੇ ਨਾ ਪਵੇ, ਪਰ ਜਿਹੜਾ ਇੱਕ ਐਨਡੀਏ ਨੂੰ ਜਿਹੜੀ ਢਾਹ ਲੱਗਣੀ ਸੀ, ਜਿਵੇਂ ਕਿ ਅਕਾਲੀ ਦਲ ਬਾਹਰ ਹੋ ਗਿਆ ਸੀ, ਸ਼ਿਵ ਸੈਨਾ ਬਾਹਰ ਹੋ ਗਈ ਸੀ, ਜੇ ਕਿਤੇ ਇੱਥੇ ਵੀ ਜੇਡੀਯੂ ਜੇ ਹਾਰ ਜਾਂਦਾ ਤਾਂ ਮੈਂ ਸਮਝਦਾ ਐਨਡੀਏ ਦਾ ਨਾਂ ਹੀ ਨਹੀਂ ਕੋਈ ਰਹਿਣਾ ਸੀ। ਐਨਡੀਏ ਤਾਂ ਹੁਣ ਵੀ ਨਹੀਂ ਬਚਣੀ। ਮੈਨੂੰ ਨਹੀਂ ਲੱਗਦਾ ਜੇ ਜਿਸ ਹਿਸਾਬ ਨਾਲ ਅੰਕੜੇ ਦੱਸ ਰਿਹਾ ਵੀ ਬੀਜੇਪੀ ਆ ਜਿਹੜੀ ਉਹ ਸਿੰਗਲ ਲਾਰਜੈਸਟ ਪਾਰਟੀ ਬਣ ਰਹੀ ਹੈ ਤੇ ਜੇਡੀਯੂ ਪਿੱਛੇ ਆ, ਤੇ ਮੈਨੂੰ ਨਹੀਂ ਲੱਗਦਾ ਵੀ ਇਹ ਜੇਡੀਯੂ ਨੂੰ ਨਤੀਸ਼ ਨੂੰ ਇਹ ਨਾ ਹੋਵੇ ਕਿਤੇ ਬੀਜੇਪੀ ਤੇ ਕੀ ਨਾਮ ਮੁੰਡਾ ਦੂਜਾ ਪਾਸਵਾਨ ਉਹ ਆਪਣੀ ਕੋਈ ਚਾਲ ਖੇਲਣ ਜਾਂ ਹੋਰ ਉੱਥੇ ਕਈ ਪਲੇਅਰ ਨੇ। ਪਰ ਸਾਨੂੰ ਇਹ 'ਚ ਕੋਈ ਸ਼ੱਕ ਨਹੀਂ ਵੀ ਜਿਹੜਾ ਝਟਕਾ ਐਨਡੀਏ ਨੂੰ ਲੱਗਣਾ ਚਾਹੀਦਾ ਸੀ ਉਹ ਕਿਤੇ ਨਾ ਕਿਤੇ ਜਿਹੜੀ ਆਸ ਸੀ ਉਹ ਜ਼ਰੂਰ ਟੁੱਟੀ ਆ। ਪਰ ਪੰਜਾਬ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਵੀ ਪੰਜਾਬ 'ਚ ਬੀਜੇਪੀ ਨੂੰ ਕਿਤੇ ਪੈਰ ਲੱਗਣ ਦੀ ਥਾਂ ਹੈਗੀ ਆ? ਤੁਸੀਂ ਹੈ ਕੋਈ ਬੀਜੇਪੀ ਦੇ ਲੀਡਰ ਵਿਚਾਰੇ ਦਿੱਲੀ ਬੈਠੇ ਆ ਸਾਰੇ, ਆ ਮੈਂ ਉੱਥੋਂ ਵੀ ਆਇਆ, ਸਾਡੀਆਂ ਮੀਟਿੰਗਾਂ ਸੀ ਪਿਊਸ਼ ਗੋਇਲ ਤੇ ਅਮਿਤ ਸ਼ਾਹ ਜੀ ਨਾਲ, ਇਹ ਤਾਂ ਉੱਥੇ ਹੀ ਬੈਠੇ ਆ ਉਹਨਾਂ ਦੀ ਗੋਦੀਆਂ 'ਚ, ਇੱਥੇ ਪੰਜਾਬ ਆਉਂਦੇ ਨਹੀਂਗੇ। ਸ਼ੰਭੂ ਤੋਂ ਵੜਨ ਨਹੀਂ ਦਿੰਦਾ ਇਹਨਾਂ ਨੂੰ ਕੋਈ। ਸਰ ਮੀਟਿੰਗ ਦੇ ਕੀ ਨਤੀਜੇ ਨਿਕਲੇ ਜੀ ਜਿਹੜੀ ਅਮਿਤ ਸ਼ਾਹ ਨਾਲ ਮੀਟਿੰਗ ਹੋਈ ਸੀ? ਦੇਖੋ ਇੱਕ ਗੱਲ ਨੂੰ ਸਮਝੋ, ਮੈਂ ਅੱਜ ਸਾਰੀ ਗੱਲ ਤੁਹਾਡੇ ਮੂਹਰੇ ਰੱਖਦਾ। ਇੱਕ ਜਿਹੜੇ ਮੈਂਬਰ ਪਾਰਲੀਮੈਂਟ ਆ, ਇੱਕ ਲੜਾਈ ਦਾ ਜਿਹੜਾ ਇੱਕ ਇਹ ਹੋ ਗਿਆ ਸੀ ਵੀ ਸੈਂਟਰ ਵਰਸਿਸ ਪੰਜਾਬ ਸਟੇਟ ਹੋ ਗਈ ਸੀ ਗੱਲ। ਤੇ ਮੇਰੀ ਤਾਂ ਹਮੇਸ਼ਾ ਇਹ ਮੈਂ ਕਹਿਣਾ ਰਿਹਾ ਹੈ ਵੀ ਸਾਡਾ ਹਿੰਦੁਸਤਾਨ ਤੇ ਸਭ ਤੋਂ ਵੱਧ ਹੱਕ ਸਾਡਾ ਹੈ। ਕੁਰਬਾਨੀਆਂ ਹੀ 2 ਸਟੇਟਾਂ ਨੇ ਦਿੱਤੀਆਂ ਹੈ, ਇੱਕ ਦਿੱਤੀ ਹੈ ਵੈਸਟ ਬੰਗਾਲ ਨੇ ਤੇ ਉਦੋਂ ਵੱਧ ਪੰਜਾਬ ਦੇ ਨੁਕਸਾਨ ਵੰਡੇ ਵੀ ਅਸੀਂ ਗਏ ਆ, ਸਾਡਾ ਪੰਜਾਬ ਉੱਧਰ ਰਹਿ ਗਿਆ। ਤੇ ਵੀ ਆਜ਼ਾਦੀ ਦੀ ਲੜਾਈ ਸਭ ਤੋਂ ਵੱਧ ਦੇਣ ਟੈਰਰਿਜ਼ਮ ਅਸੀਂ ਝੱਲਿਆ, ਸਭ ਕੁਝ ਅਸੀਂ। ਤੇ ਇਸ ਕਰਕੇ ਵੀ ਅਸੀਂ ਸਾਡਾ ਜਿਹੜਾ ਹੱਕ ਆ ਸੈਂਟਰ ਤੇ ਉਹ ਦੂਜੀਆਂ ਸਟੇਟਾਂ ਨਾਲੋਂ ਵੱਧ ਆ। ਤੇ ਇੱਥੇ ਕਈ ਐਸੇ ਮੋਰਚੇ ਲੱਗੇ ਹੋਏ ਸੀ ਕਿਸਾਨਾਂ ਤੋਂ ਇਲਾਵਾ, ਕਿਸਾਨਾਂ ਨੇ ਕਦੇ ਗੱਲ ਨਹੀਂ ਇਹ ਕੀਤੀ, ਪਰ ਕਈ ਮੋਰਚੇ ਐਸੇ ਲੱਗੇ ਸੀ, ਕਈ ਲੀਡਰ ਵੀ, ਮੈਂ ਤਾਂ ਓਪਨਲੀ ਇਹ ਉਹਨਾਂ ਦੀ ਨਿੰਦਿਆ ਕੀਤੀ ਸੀ ਵੀ ਉਹ ਖੁਦ ਮੁਖਤਿਆਰੀ ਦੀਆਂ ਗੱਲਾਂ ਕਰਦੇ ਸੀ, ਖੁਦ MSP ਦੇਣ ਦੀ ਗੱਲ ਕਰਦੇ ਸੀ, ਖੁਦ ਇਹੋ ਜਿਹੀਆਂ ਗੱਲਾਂ ਕਰਦੇ ਜਿਹੜੀਆਂ ਕਿ ਪੋਸੀਬਲ ਨਹੀਂ। ਸਾਡੇ ਕੋਲ ਤਾਂ ਪੰਜਾਬ ਦਾ ਇਹ ਹਾਲਾਤ ਨੇ ਵੀ ਸਾਡੇ ਕੋਲ ਤਾਂ ਤਨਖਾਹਾਂ ਦੇਣ ਨੂੰ ਹਾਲਾਤ ਨੇ ਜਿਹੜੇ ਉਹ ਔਖੇ ਹੋਏ ਪਏ ਆ। ਤੇ ਅਸੀਂ ਜਿਵੇਂ ਬੰਪਰ ਕ੍ਰੌਪ ਇਸ ਵਾਰ ਹੋਈ ਆ, ਮੱਕੜ ਸਾਹਿਬ, ਆਪਣੇ ਗੌਰਵ ਜੀ ਜਾਂ ਧੁੰਨਾ ਜੀ ਜਾਂ ਬਾਕੀ ਮੇਰੇ ਮੀਡੀਆ ਸਤਿਕਾਰਯੋਗ ਖੜੇ ਆ, 20 ਹਜ਼ਾਰ ਕਰੋੜ ਰੁਪਈਆ, 20 ਤੋਂ 30 ਹਜ਼ਾਰ ਕਰੋੜ ਰੁਪਈਆ ਇਸ ਵਾਰ ਸਾਡਾ ਜਿਹੜਾ ਪੈੜੀ ਦਾ ਉਹ ਸਾਨੂੰ FCI ਵੱਲੋਂ MSP ਦਾ ਪੈਦਾਵਾਰ ਜਿਹੜੀ ਵੱਧ ਹੋਈ ਹੈ ਤਾਂ ਉਹਨਾਂ ਨੂੰ ਦੇਣਾ ਪਿਆ ਏ। ਤੇ ਅਸੀਂ ਕਿੱਥੋਂ ਚੱਲ ਲਾਂਗੇ? ਸਾਡੇ ਕੋਲ ਤਾਂ ਜਿਹੜਾ ਇਹ ਹਰ ਸਾਲ ਉਹ ਜੇ ਅਸੀਂ ਬਜਟ ਦੇਖੀਏ ਤਾਂ ਸਾਡੇ ਕੋਲ ਤਾਂ 10,000 ਕਰੋੜ ਰੁਪਈਏ ਤੋਂ ਉੱਤੇ ਦਾ ਘਾਟਾ ਪੈਂਦਾ ਹੈ ਸਾਨੂੰ। ਤੇ ਟੋਟਲ ਬਜਟ ਹੀ ਸਾਡਾ ਟੋਟਲ 64-65 ਹਜ਼ਾਰ ਕਰੋੜ ਦਾ ਹੈ ਟੋਟਲ ਆਪਣਾ ਬਜਟ, 64-65 ਹਜ਼ਾਰ ਕਰੋੜ ਦਾ। ਤੇ ਜਿਹੜੀ ਖਰੀਦ ਹੁੰਦੀ ਹੈ ਕੱਲੀ ਇਸ ਵਾਰ, ਪਿਛਲੀ ਵਾਰ ਜੇ 70,000 ਕਰੋੜ ਦੀ ਸੀ, ਇਸ ਵਾਰ ਉਹ ਟੱਪ ਕੇ 90,000 ਕਰੋੜ ਰੁਪਈਆ ਹੋ ਗਈ। ਜਿਹੜੀ ਕੱਲੀ ਦੋਨੋਂ ਫਸਲਾਂ ਖਰੀਦਦੇ ਆ ਆਪਾਂ, ਉਹ ਡਾਟਾ ਜੇ ਆਊਗਾ ਅਗਲਾ, ਉਹ ਇਸ ਵਾਰ 70,000 ਕਰੋੜ ਤੋਂ ਟੱਪ ਕੇ 90,000 ਕਰੋੜ ਨੂੰ ਟੱਚ ਕਰੂਗਾ। ਤੇ ਇਹ ਜਿਹੜੇ ਮੈਂ ਤਾਂ ਸਮਝਦਾ ਕੈਸੀ ਉਹਨਾਂ ਦੀ ਬੁੱਧੀ ਆ, ਕੈਸੀ ਉਹਨਾਂ ਦੀ ਸੋਚ ਆ, ਜਿਹੜੇ ਉਹ ਕਹਿੰਦੇ ਆ ਵੀ ਪੰਜਾਬ MSP ਦੇਵੇ, ਉਹ ਵੀ 23 ਫਸਲਾਂ ਨੂੰ ਦੇਵੇ।
ਸਾਡਾ GST ਉਹ ਜਾਂਦਾ, ਨਾਲੇ ਸਾਡਾ ਹਿੰਦੁਸਤਾਨ ਸਾਡਾ ਦੇਸ਼ ਆ ਬਈ, ਅਸੀਂ ਅਲੱਗ ਥੋੜੀ ਆ ਕੋਈ, ਅਸੀਂ ਤਾਂ ਉਹ ਤੋਂ ਹਿੱਸਾ ਲੈਣਾ। ਤੇ ਜਿਹੜੀ ਤੁਸੀਂ ਗੱਲ ਕੀਤੀ ਜਦੋਂ ਪੀਯੂਸ਼ ਗੋਇਲ ਨੇ ਸਾਨੂੰ ਬੁਲਾਇਆ ਤੇ ਉਹਨਾਂ ਨੇ ਕੁਝ ਐਸੀਆਂ ਗੱਲਾਂ ਕੀਤੀਆਂ ਜਿਹੜੀਆਂ ਨਾ ਸੁਣਨਯੋਗ ਸੀ, ਤੇ ਕੋਈ ਸਿਆਣਾ ਪੋਲੀਟੀਕਲ ਬੰਦਾ ਨਹੀਂ ਕਰਦਾ, ਕਿਉਂਕਿ ਸਭ ਤੋਂ ਪਹਿਲਾਂ ਆ ਚੁੱਗ ਐਂਡ ਕੰਪਨੀ ਤੇ ਆ ਨਕਲੀ ਜਿਹੜਾ ਸਰਦਾਰ ਬਣਿਆ ਏ ਕੀ ਨਾਮ ਆ ਪੁਰੀ, ਸਰ ਇਹਦਾ ਵੀ ਬਾਲ ਬੜਾ ਮਚਿਆ ਜੀ, ਬੀਜੇਪੀ ਬੜਾ ਵਿਰੋਧ ਕਰ ਰਹੀ ਹੈ। ਤੁਸੀਂ ਸੁਣੋ ਬੀਜੇਪੀ ਦਾ ਪੱਲੇ ਕੀ ਆ ਯਾਰ, ਛੱਡੋ ਬੀਜੇਪੀ ਵਾਲਾ ਆ ਬੈਠਾ, ਮੈਂ ਆ ਜਾਣ ਬੀਜੇਪੀ ਮੇਰੇ ਨਾਲ ਗੱਲ ਕਰੇ, ਐਵੇਂ ਹੀ ਉੱਥੇ ਸੜਕਾਂ ਤੇ 20 ਮੈਂ ਗਿਣਤੀ 'ਚ ਗਣੀ ਸੀ ਵੀ ਕਿੰਨੇ ਬੰਦੇ ਸੀ, 15ਵਾਂ ਬੰਦਾ ਨਹੀਂ ਸੀ, 14 ਵੀ ਪੂਰੇ ਨਹੀਂ ਸੀਗੇ। ਤੇ ਗੱਲ ਮੇਰੇ ਨਾਲ ਆ ਕੇ ਆਮਣੇ ਸਾਹਮਣੇ ਕਰ ਲੈਣ, ਮੈਂ ਡਰਦਾ ਇਹਨਾਂ ਤੋਂ, ਬੀਜੇਪੀ ਵਾਲਿਆਂ ਤੋਂ ਜਾਂ ਹੋਰਾਂ ਤੋਂ। ਉੱਥੇ ਪੁਤਲੇ ਸਾੜੀਆਂ ਮੇਰੇ ਨਾਲ ਗੱਲ ਕਰਨ ਆ ਕੇ, ਮੈਂ ਸਿੱਧੇ ਇੱਥੇ ਬੈਠਾ, ਹੁਣ ਮੈਂ ਤੁਹਾਡੇ ਮੂਹਰੇ ਕਹਿਣਾ ਆ ਜਾ ਮੇਰੇ ਨਾਲ। ਗੱਲ ਇਹ ਨਹੀਂ ਵੀ ਚੁੱਗ ਤੇ ਇਹ ਪਹਿਲਾਂ ਪਹੁੰਚੇ ਹੋਏ, ਉਹ ਪੀਯੂਸ਼ ਗੋਇਲ ਨੂੰ ਪੁੱਠੀ ਪੱਟੀ ਪੜਾਈ ਤੇ ਉਹ ਕਹਿੰਦਾ ਜੀ ਇਹ ਤਾਂ ਕਾਂਗਰਸ ਦਾ ਧਰਨਾ, ਇਹ ਤਾਂ ਤੁਹਾਡੀ ਸਰਕਾਰ ਨੇ ਬਿਠਾਏ ਹੋਏ ਨੇ। ਅਸੀਂ ਕਿਹਾ ਜੀ ਤੁਸੀਂ ਪਹਿਲਾਂ ਕਿਸਾਨਾਂ ਨੂੰ ਦਲਾਲ ਕਹਿਤਾ, ਤੁਸੀਂ ਪਹਿਲਾਂ ਕਿਸਾਨਾਂ ਨੂੰ ਏਜੰਟ ਕਹਿਤਾ, ਆੜਤੀਆਂ ਦੇ ਬਿਠਾਏ ਹੋਏ ਕਦੇ ਕਹਿੰਦੇ ਹੋ, ਪਰ ਤੁਸੀਂ ਮੰਨਦੇ ਨਹੀਂ ਗੱਲ। ਇਹ ਕਿਸਾਨ ਬੈਠੇ ਆ, ਸਾਨੂੰ ਤਾਂ ਕਿਸੇ ਪਾਰਟੀ ਵਾਲੇ ਨੂੰ ਇਜਾਜ਼ਤ ਹੀ ਨਹੀਂ ਜਾਣ ਦੀ। ਤੇ ਜਦੋਂ ਬਹੁਤ ਜ਼ਿਆਦਾ, ਕਿਉਂਕਿ ਅਸੀਂ ਤਾਂ ਹੱਥ ਜੋੜ ਕੇ ਗਏ ਸੀ, ਮੰਗਣ ਗਏ ਸੀ ਆਪਣੇ ਪੰਜਾਬ ਲਈ ਟ੍ਰੇਨਾਂ, ਇੰਡਸਟਰੀ ਸਾਡੀ ਖਤਮ ਹੋ ਗਈ। ਅੱਜ 20,000 ਕਰੋੜ ਰੁਪਏ ਤੋਂ ਉੱਤੇ ਦਾ ਘਾਟਾ, ਇਹ ਲੁਧਿਆਣਾ ਜਲੰਧਰ ਮਿਲਾ ਕੇ ਦੋਨਾਂ ਨੂੰ, ਆ ਜਿਹੜਾ ਡਰਾਈ ਪੋਰਟ ਆ ਦੇਖੋ ਇੱਥੇ ਕੀ ਹਾਲ ਹੋਇਆ ਸਾਡੀ ਇੰਡਸਟਰੀ। ਅਸੀਂ ਤਾਂ ਹੱਥ ਜੋੜਨ ਗਏ ਸੀ ਵੀ ਭਾਈ ਕਿਸਾਨ ਕਹਿੰਦੇ ਕੁਛ ਨਹੀਂ, ਉਹ ਕਹਿ ਰਹੇ ਯੂਰੀਆ ਦੀ ਖਾਦ ਦੀ ਲੋੜ ਆ, ਕੋਲੇ ਦੀ ਲੋੜ ਆ, ਇੰਡਸਟਰੀ ਸਾਡੀ ਤਬਾਹ ਕਰਤੀ। ਅਸੀਂ ਤਾਂ ਹੱਥ ਜੋੜਨ ਗਏ ਸੀ, ਪਰ ਜਦੋਂ ਉਹਦੇ ਤੇਵਰ ਦੇਖੇ, ਉਹ ਕਹਿੰਦਾ ਤੁਸੀਂ ਤਾਂ ਲੋਟ ਹੀ ਹੋਣਾ ਹੋ, ਹੁਣ ਤੁਹਾਡੀ ਇੰਡਸਟਰੀ ਜਦ ਤੁਹਾਡੇ ਮਗਰ ਪਈ ਆ, ਹੁਣ ਤੁਹਾਡੇ ਕਿਸਾਨ ਮਗਰ ਪਏ ਆ, ਹੁਣ ਤੁਹਾਡੀਆਂ ਚੀਕਾਂ ਨਿਕਲ ਗਈਆਂ, ਇਹ ਨਹੀਂ ਟ੍ਰੇਨ ਚੱਲਣੀ। ਮੈਂ ਇਹ ਕੋਈ ਵਡਿਆਈ ਨਹੀਂ ਕਰਦਾ, ਮੈਂ ਉਦੋਂ ਹੀ ਬਾਹਰ ਆ ਕੇ ਕਿਹਾ ਸੀ, ਮੈਂ ਕਿਹਾ ਗੱਲ ਸੁਣ ਲੈ ਭਾਈ, ਇਹ ਟ੍ਰੇਨਾਂ ਤੇਰੀਆਂ ਨਹੀਂ ਗੀਆਂ, ਇਹ ਟ੍ਰੇਨਾਂ ਦੇਸ਼ ਦੀਆਂ ਏ, ਤੇ ਤੂੰ ਹੁਣ ਜੇ ਚਾਹੁੰਦਾ ਵੀ ਇਹ ਟ੍ਰੇਨਾਂ ਨੂੰ ਆਪਣੇ ਘਰੇ ਲਾ ਲਈ, ਆਪਣੇ ਕੋਲਡ ਸਟੋਰ ਚਲਾ ਲਈ। ਪਰ ਮੈਂ ਤੁਹਾਨੂੰ ਉਦਣੀ ਇਹ ਗੱਲ ਕਹੀ ਸੀ, ਅਗਲੇ ਦਿਨ ਅਮਿਤ ਸ਼ਾਹ ਜੀ ਦਾ ਸੱਦਾ ਆਇਆ, ਉਹਨਾਂ ਨੇ ਤਕਰੀਬਨ 12:30 ਸਾਨੂੰ ਟਾਈਮ ਦਿੱਤਾ, ਚਾਹੇ ਉਹ ਅਲੱਗ ਪਾਰਟੀ ਦੇ ਆ, ਦੇਸ਼ ਦੇ, ਪਰ ਹੋਮ ਮਿਨਿਸਟਰ ਨੇ, ਪਰ ਉਹਨਾਂ ਨੇ ਵਾਕਈ ਜੇ ਗੱਲ ਕੀਤੀ ਤਾਂ ਲੀਡਰਾਂ ਵਾਲੀ ਗੱਲ ਕੀਤੀ। ਜਦੋਂ ਗੱਲ ਸ਼ੁਰੂ ਹੋਈ, ਬਾਕੀ ਐਮਪੀਆਂ ਨੇ ਵੀ ਗੱਲ ਆਪਣੀ ਆਪਣੀ ਕੀਤੀ। ਮੈਨੂੰ ਉਹਨਾਂ ਨੇ ਕਿਹਾ ਵੀ ਬਿੱਟੂ ਤੂੰ ਕੀ ਗੱਲ ਮੀਡੀਆ ਮੂਹਰੇ ਹੀ ਬੋਲਦਾ, ਕਿਉਂਕਿ ਪੀਯੂਸ਼ ਗੋਇਲ ਨਾਲ ਬੈਠਾ ਸੀ, ਉਹਨੇ ਅਮਿਤ ਸ਼ਾਹ ਜੀ ਨੂੰ ਗੱਲ ਆਪਣੀ ਕੀਤੀ ਹੋਣੀ ਆ ਵੀ ਇਹ ਕੱਲ ਇਸ ਗੱਲ ਲਈ। ਮੈਂ ਕਿਹਾ ਜੀ ਮੈਂ ਮੀਡੀਆ ਮੂਹਰੇ, ਕਹਿੰਦੇ ਤੂੰ ਉਰੇ ਕੋਈ ਆਪਣੀ ਗੱਲ ਰੱਖ ਤੇ ਮੀਡੀਆ ਮੂਹਰੇ ਹੀ ਬੋਲਦਾ। ਮੈਂ ਕਿਹਾ ਜੀ ਮੀਡੀਆ ਮੂਹਰੇ ਤਾਂ ਬੋਲੇ ਜਦੋਂ ਇੱਕ ਮੰਤਰੀ ਨੇ, ਉਹ ਵੀ ਇੱਕ ਕੈਬਨਿਟ ਮੰਤਰੀ ਰੇਲਵੇ ਦੇ ਨੇ, ਸੱਦ ਕੇ ਸਾਨੂੰ ਇੱਕ 35 ਲੱਖ ਬੰਦੇ ਨੂੰ ਨੁਮਾਇੰਦਾ ਇੱਕ ਮੈਂਬਰ ਪਾਰਲੀਮੈਂਟ ਆ, ਤੇ ਅਸੀਂ 8 ਮੈਂਬਰ ਪਾਰਲੀਮੈਂਟ ਆਏ ਸੀ, ਕਰੋੜਾਂ ਲੋਕਾਂ ਦੀ ਆਵਾਜ਼ ਲੈ ਕੇ ਆਏ ਸੀ, ਪਰ ਤੁਸੀਂ ਉਸ ਆਵਾਜ਼ ਨੂੰ ਕੁਚਲਣ ਦੀ ਕੁੱਤ ਕੀਤੀ, ਤੁਸੀਂ ਉਸ ਆਵਾਜ਼ ਨੂੰ ਦਲਾਲ ਦੱਸਿਆ ਤੇ ਇਹ ਕਿਹਾ ਵੀ ਇਹ ਸਾਰੇ ਕਾਂਗਰਸ ਦੇ ਬਿਠਾਏ ਹੋਏ ਆ। ਤੇ ਅਸੀਂ ਜਦੋਂ ਇਹ ਗੱਲ ਕੀਤੀ ਵੀ ਕਾਂਗਰਸ ਦੇ ਨਹੀਂ ਬਿਠਾਏ ਹੋਏ, ਉਹ ਕਹਿੰਦਾ ਤੁਸੀਂ ਮੈਨੂੰ ਸਮਝਾਓਗੇ। ਤੇ ਫਿਰ ਅਸੀਂ ਉੱਥੇ, ਮੈਂ ਕਿਹਾ ਬਹਿਣ ਦਾ ਕੋਈ ਮਕਸਦ ਸੀ ਅਮਿਤ ਸ਼ਾਹ ਜੀ, ਪਰ ਅਮਿਤ ਸ਼ਾਹ ਜੀ ਨੇ ਇਹ ਗੱਲ ਕਹੀ ਵੀ ਮੈਂ ਇੱਕ ਗੱਲ ਦੇਖੋ, ਆ ਬੈਠਾ ਹੈ ਬਿੱਟੂ, ਮੈਂ ਜਦੋਂ ਅਕਾਲੀ ਦਲ ਹਰਸਿਮਰਤ ਕੌਰ ਤੇ ਸੁਖਬੀਰ ਸਿੰਘ ਬਾਦਲ ਜ਼ੋਰ ਪਾ ਰਹੇ ਸੀ ਵੀ ਰਾਜੋਆਣੇ ਨੂੰ ਛੱਡੋ, ਉਹਦੀ ਫਾਂਸੀ ਮਾਫ ਕਰੋ, ਤੇ ਮੈਂ ਅਮਿਤ ਸ਼ਾਹ ਜੀ ਨੂੰ ਮਿਲਿਆ ਸੀ, ਜਾ ਕੇ ਗੱਲ ਕੀਤੀ ਸੀ ਵੀ ਤੁਸੀਂ ਔਨ ਫਲੋਰ ਆਫ ਹਾਊਸ ਇਹ ਗੱਲ ਕਹੋ ਵੀ ਤੁਸੀਂ ਇਹਨੂੰ ਮਾਫ ਕਰ ਰਹੇ ਹੋ ਜਾਂ ਨਹੀਂ। ਉਹਨਾਂ ਨੇ ਮੇਰੀ ਗੱਲ ਮੰਨੀ ਤੇ ਹਾਊਸ ਆਏ ਤੇ ਮੇਰਾ ਜਵਾਬ ਦਿੱਤਾ ਵੀ ਬਿਲਕੁਲ ਮਾਫੀ ਨਹੀਂ ਹੋ। ਇਹ ਫੇਰ ਲੜੇ ਜਾ ਕੇ ਵੀ ਇੱਕ ਕਾਂਗਰਸ ਦਾ ਮੁੱਖ ਮੰਤਰੀ, ਇਹ ਕਾਂਗਰਸ ਦਾ ਮੁੱਖ ਮੰਤਰੀ ਨੂੰ ਤੁਸੀਂ ਉਹਦੇ ਕਾਤਲਾਂ ਨੂੰ ਜਿਹੜੀ ਫਾਂਸੀ, ਜਿਹੜੀ ਮਾਫੀ ਨਹੀਂ ਦੇ ਰਹੇ। ਤੇ ਉਹਨਾਂ ਨੇ ਕਿਹਾ ਵੀ ਭਾਈ ਇੱਕ ਕੋਈ ਵੀ ਨਾਗਰਿਕ ਹੋਵੇ ਐਜ਼ ਏ ਹੋਮ ਮਿਨਿਸਟਰ, ਜੇ ਉਹਨੂੰ ਕੋਈ ਮਾਰਦਾ, ਉਹਦੇ ਚੀਥੜੇ ਉਡਾਉਂਦਾ, ਤੇ ਉੱਤੋਂ ਉਹ ਇਹ ਕਹਿੰਦਾ ਵੀ ਮੈਂ ਦੁਬਾਰਾ ਵੀ ਇਹ ਕੰਮ ਕਰੂੰ ਜਦੋਂ ਮੌਕਾ ਮਿਲੇ, ਮੈਂ ਕੋਈ ਮਾਫੀ ਨਹੀਂ ਮੰਗਦਾ, ਤਾਂ ਆਮ ਬੰਦੇ ਦਾ ਵੀ ਜਿਹੜਾ ਕੋਈ ਕਾਤਲ ਹੋਊਗਾ ਮੈਂ ਉਹਨੂੰ ਛੱਡੂ ਨਹੀਂ, ਇਹ ਤਾਂ ਮੁੱਖ ਮੰਤਰੀ ਹੈ। ਤੇ ਉਹਨਾਂ ਨੇ ਮੈਨੂੰ ਕਿਹਾ ਵੀ ਦੱਸੋ ਕੀ ਗੱਲ। ਮੈਂ ਕਿਹਾ ਜੀ ਇਹ ਗੱਲ ਪਾਰਟੀਆਂ ਤੋਂ ਛੱਡ ਕੇ ਬਿਟਵੀਨ ਦੋਨੋਂ ਸਰਕਾਰਾਂ ਦੀ, ਸਾਡੇ ਮੰਤਰੀ ਲਓ, ਉਹ ਸਰਕਾਰ ਨੇ, ਕਿਸੇ ਕਾਂਗਰਸ ਦੇ ਨਹੀਂ, ਅਕਾਲੀ ਦਲ, ਬੀਜੇਪੀ ਨਹੀਂ, ਸਾਡੇ ਮੰਤਰੀ ਤੇ ਤੁਹਾਡੇ ਮੰਤਰੀ ਬੈਠਣ ਪਹਿਲੇ ਲੈਵਲ ਤੇ, ਉਹ ਗੱਲ ਕਰਨ। ਅਗਲੀ ਗੱਲ ਤੁਸੀਂ ਬੈਠੋ ਤੇ ਮੁੱਖ ਮੰਤਰੀ ਸਾਹਿਬ ਬੈਠੋ, ਕਿਹਦੇ ਨਾਲ? 31 ਕਿਸਾਨ ਯੂਨੀਅਨ ਨਾਲ। ਕੋਈ ਪਾਰਟੀ ਦੀ ਗੱਲ ਨਾ ਕਰੋ, ਕੋਈ ਕੁਛ ਨਾ ਕਰੋ। ਤੁਹਾਡੇ ਮੈਂ ਕਿਹਾ ਜਿਆਨੀ ਸਾਹਿਬ ਆਪ ਚੇਅਰਮੈਨ ਲਾਏ, ਅੱਜ ਉਹ ਹਰ ਮੀਡੀਆ ਤੇ ਬੋਲ ਰਿਹਾ ਵੀ ਮੈਨੂੰ ਬੁਲਾਇਆ ਨਹੀਂ ਕਿਸੇ ਨੇ। ਅਗਲੇ ਦਿਨ ਹੀ ਗੱਲ ਜਿਆਨੀ ਸਾਹਿਬ ਨੂੰ ਸੱਦ ਲਿਆ ਉਹਨਾਂ ਨੇ, ਅਮਿਤ ਸ਼ਾਹ ਜੀ ਨੇ ਭਰੋਸਾ ਦਿਵਾਇਆ ਵੀ ਭਾਈ ਤੁਹਾਡੇ CM ਸਾਹਿਬ ਨੂੰ ਕਹੋ ਜਿਹੜੇ ਵੀ ਮੰਤਰੀ ਆਪ
ਜਿਹੜੇ ਗੱਲਬਾਤ ਅਸੀਂ ਕਿਹਾ ਜੀ ਸਾਡੇ ਤਾਂ ਕਿਸਾਨ ਗੱਲ ਕਰ ਰਹੇ ਆ, ਉਹ ਕਿਸਾਨਾਂ ਨਾਲ ਮੰਤਰੀ, ਉਹ ਕਹਿੰਦੇ ਉਹ ਮੰਤਰੀ, ਤੇ ਪਹਿਲੇ ਰਾਊਂਡ 'ਚ ਪੀਯੂਸ਼ ਗੋਇਲ, ਜਿਹੜੀ ਸਾਡੇ ਨਾਲ ਉੱਥੇ ਗੱਲ ਹੋਈ, ਤੇ ਕ੍ਰਿਸ਼ੀ ਮੰਤਰੀ ਤੁਹਾਡੇ ਮੰਤਰੀਆਂ ਦੇ ਨਾਲ ਰਿਕੁਐਸਟ ਕਰਕੇ ਜਿੱਥੇ ਚਾਹਣਗੇ, ਜੇ ਚੰਡੀਗੜ੍ਹ ਚਾਹਣਗੇ ਚੰਡੀਗੜ੍ਹ ਬਹਿ ਜਾਾਂਗੇ, ਦਿੱਲੀ ਆਉਣਾ ਚਾਹਣਗੇ ਕਿਸਾਨ ਜਥੇਬੰਦੀਆਂ, ਦਿੱਲੀ ਉਹਨਾਂ ਦੇ ਮੂਹਰੇ ਉਹਨਾਂ ਨੂੰ ਨਤਮਸਤਕ ਕਰਦੇ ਹਾਂ। ਅਸੀਂ ਪੰਜਾਬ ਦੀ ਹਰ ਜਿਹੜੀ ਉਹਨਾਂ ਨੇ ਸਾਡੇ ਦੇਸ਼ ਲਈ ਜੋ ਦੇਣ ਦਿੱਤੀ ਆ, ਤੇ ਉਹਦੇ ਲਈ ਅਸੀਂ ਨਤਮਸਤਕ ਹਾਂ। ਠੀਕ ਆ, ਕਮੀਆਂ ਰਹੀਆਂ, ਕਈ ਗੱਲਾਂ ਸਾਡੇ ਕੋਲ, ਜਿਵੇਂ ਮੈਂ ਤਾਂ ਕੀ ਕਹਾਂ, ਮੈਂ ਜਾਨੀ ਸਾਹਮਣੇ ਕਹਿਤਾ ਵੀ ਜਿਹੜੇ ਬੀਜੇਪੀ ਦੇ ਚਮਚੇ ਲੀਡਰ ਨੇ ਉਹ ਜਾ ਕੇ ਉਹਨਾਂ ਨੂੰ ਪੁੱਠੀਆਂ ਪੜ੍ਹਾਈ ਪੜਾਉਂਦੇ ਰਹੇ। ਜਦੋਂ ਉਹ ਚਮਚੇ ਬਾਹਰ ਕੱਢਤੇ, ਚੁੱਗ ਸਾਹਿਬ ਤੇ ਪੁਰੀ ਸਾਹਿਬ ਤੇ ਅਸ਼ਵਨੀ ਜਿਹੜੇ ਚਮਚੇ ਸੀ ਉਹ ਪਰੇ ਕੱਢਤੇ, ਜਿਹੜੇ ਜੈਨੂਅਨ ਗ੍ਰਾਸ ਰੂਟ ਜੁੜੇ ਹੋਏ ਸੀ ਲੋਕ, ਜਿਹੜੇ ਲੋਕਾਂ ਦੇ ਨੁਮਾਇੰਦੇ ਸੀ, ਉਹਨਾਂ ਦੀ ਜਦੋਂ ਗੱਲ ਸੁਣੀ ਉਹ ਗੱਲ ਤੁਰ ਪਈ। ਪਰ ਹਜੇ ਵੀ ਉਹ ਇਸ ਗੱਲ ਤੇ, ਜਿਹੜਾ ਪੀਯੂਸ਼ ਗੋਇਲ ਆ, ਉਹ ਇਸ ਗੱਲ ਤੇ ਵਾਜਦ ਸੀ ਵੀ ਨਹੀਂ ਜੀ, ਵੀ ਜੇ ਇਹ ਕਹਿੰਦੇ ਆ ਕਿਸਾਨ ਟ੍ਰੇਨਾਂ ਚਲਾਓ, ਪਹਿਲਾਂ ਆਪਣੀਆਂ ਮਾਲ ਗੱਡੀਆਂ ਚਲਾਓ, ਤੇ ਨਾਲ ਦੀ ਨਾਲ ਪੈਸੇਂਜਰ ਟ੍ਰੇਨ ਚਲਾਓ, ਤੇ ਉੱਥੇ ਇਹ ਗੱਲ ਹੋਈ। ਪੀਯੂਸ਼ ਗੋਇਲ ਨੂੰ ਕਿਹਾ ਰਾਜ ਉਹਨਾਂ ਨੇ, ਅਮਿਤ ਸ਼ਾਹ ਜੀ ਨੇ, ਵੀ ਜੇ ਕਿਸਾਨ ਚਾਹੁੰਦੇ ਆ ਵੀ ਪਹਿਲਾਂ ਉਹ ਚਲਾਓ, ਤੇ ਪਹਿਲਾਂ ਉਹ ਚਲਾਓ, ਪੈਸੇਂਜਰ ਬਾਅਦ ਚਲਾ ਦਿਓ। ਇਹ 'ਚ ਕੀ ਗੱਲ ਆ? ਪੈਸੇਂਜਰ ਵੀ, ਕਿਉਂਕਿ ਤਿਉਹਾਰ ਨੇ ਯਾਰ, ਲੋਕਾਂ ਨੇ ਸਾਰਿਆਂ ਨੇ, ਕਿਸੇ ਨੇ ਬਿਹਾਰ ਜਾਣਾ, ਯੂਪੀ ਜਾਣਾ, ਮਹਾਰਾਸ਼ਟਰ ਜਾਣਾ, ਉਹਨਾਂ ਨੂੰ ਵੀ ਅਸੀਂ ਦੇਖਣਾ, ਦੀਵਾਲੀ ਦੇ ਦਿਨ ਨੇ, ਹੋਰ ਤਿਉਹਾਰਾਂ ਦੇ ਦਿਨ, ਉਹਨਾਂ ਨੂੰ ਅਸੀਂ ਕਿਵੇਂ ਉਰੇ ਰੋਕ ਕੇ ਰੱਖ ਸਕਦੇ ਹਾਂ। ਪਰ ਚਲੋ ਇਹ ਸਾਰੀਆਂ ਗੱਲਾਂ ਹੋਈਆਂ। ਹੁਣ 13 ਤਰੀਕ ਦੀ ਤੁਹਾਡੇ ਮੂਹਰੇ ਗੱਲ ਆਈ ਹੈ, ਪਰ ਇਹ ਅਮਿਤ ਸ਼ਾਹ ਹੋਣਾ ਦੀ ਇਹ ਪਹਿਲ ਕਦਮੀ ਆ। ਉਹਨਾਂ ਨੇ ਵੱਡਾ ਦਿਲ ਦਿਖਾਇਆ ਵੀ ਅਸੀਂ ਇਹ ਗੱਲ ਕਰਨ ਨੂੰ ਤਿਆਰ ਹਾਂ। ਇਹ ਵੀ ਗੱਲ ਕਹੀ ਉੱਥੇ ਔਜਲਾ ਸਾਹਿਬ ਨੇ, ਇਹ ਕਿਹਾ ਵੀ ਤੁਹਾਡੇ ਮੰਤਰੀ, ਤੁਹਾਡੇ ਪ੍ਰਧਾਨ ਵੱਲੋਂ ਐਸੇ ਬਿਆਨ ਆਉਂਦੇ ਰਹੇ ਨੇ, ਜਦੋਂ ਨੱਡਾ ਸਾਹਿਬ ਵੱਲੋਂ, ਤੁਸੀਂ ਹੋਰ ਨੂਣ ਛਿੜਕਦੇ ਰਹੇ ਹੋ। ਤੇ ਮੈਂ ਦੂਜੀ ਗੱਲ ਇਹ ਕਹੀ ਵੀ ਅਸੀਂ ਸਰਕਾਰ ਆ ਉੱਥੇ, ਅਸੀਂ ਕਦੇ ਚਾਹਾਂਗੇ ਵੀ ਪੰਜਾਬ ਦੇ ਵਿੱਚ ਅੱਗ ਲੱਗੇ, ਪੰਜਾਬੀਆਂ ਨੂੰ ਕੋਈ ਨੁਕਸਾਨ ਹੋਵੇ? ਤੇ ਤੁਸੀਂ ਇਹ ਕਿਵੇਂ ਸੋਚ ਲਿਆ?